ਤਰ੍ਹਾਂ ਹੈ, ਇਹ ਆਰਡੀਨੈਂਸ ਹੈ, ਉਹਦੇ ਬਾਅਦ ਉਹਨੂੰ ਲਾਓ। ਲਾਈਕ ਜਿਵੇਂ ਕਿਸਾਨਾਂ ਦੇ ਆਰਡੀਨੈਂਸ ਲਿਆਂਦੇ ਆ, ਉਹਨੂੰ ਕਿਉਂਕਿ ਕਿਸਾਨ ਤੇ ਹੁਣ ਸੜਕਾਂ ਤੇ ਬੈਠੇ ਆ, ਡਾਕਟਰ ਤੇ ਨਹੀਂ ਬੈਠ ਸਕਦੇ। ਪਾਰਲੀਮੈਂਟ ਸਟੈਂਡਿੰਗ ਕਮੇਟੀ ਪਹਿਲੇ ਨੈਸ਼ਨਲ ਮੈਡੀਕਲ ਕਮਿਸ਼ਨ ਬਣਿਆ ਸੀ, ਉਹਦੇ ਅਗੇਂਸਟ ਵੀ ਇਹਨਾਂ ਡਾਕਟਰਸ ਦੀਆਂ ਸਾਰੀਆਂ ਪਾਵਰਸ ਕੋਲ। ਮੇਰੀ ਤੇ ਸਰਕਾਰ ਨੂੰ ਹੱਥ ਜੋੜ ਕੇ ਇੱਕੋ ਬੇਨਤੀ ਹੈ ਕਿ ਆਯੂਸ਼ ਨੂੰ ਆਪਣੀ ਥਾਂ ਤੇ ਐਲੋਪੈਥੀ ਨੂੰ ਆਪਣੀ ਥਾਂ ਤੇ ਚੱਲਣ ਦਿਓ ਤੇ ਦੋਨਾਂ ਵਰਟੀਕਲਸ ਨੂੰ ਬਰਾਬਰ ਦਾ ਵਧਣ ਫੁੱਲਣ ਦਾ ਟਾਈਮ ਦਿਓ। ਵੀ ਅਗਰ ਗਵਰਨਮੈਂਟ ਸੱਚੀ ਮੁੱਚੀ ਇੰਟਰਸਟਿਡ ਹੈ ਟ੍ਰੈਡੀਸ਼ਨਲ ਸਿਸਟਮ ਦੇ ਭਲੇ ਲਈ, ਸਾਡੇ ਕੰਟਰੀ ਦੀ ਹੈਰੀਟੇਜ ਦੇ ਭਲੇ ਲਈ, ਇਹਨਾਂ ਨੂੰ ਕੀ ਚਾਹੀਦਾ, ਇਨਸਟੈਡ ਆਫ ਬ੍ਰਿੰਗਿੰਗ them ਥਰੂ ਬੈਕ ਡੋਰ, ਐਵੇਂ ਮਾਡਰਨ ਸਿਸਟਮ 'ਚ ਸੰਨ ਲਾ ਕੇ ਕਿਸੇ ਨੂੰ ਅੰਦਰ ਭੇਜ ਦਿਓ। ਉਹਦੇ ਨਾਲੋਂ ਤਾਂ ਇਹ ਚੰਗਾ ਸੀ ਵੀ ਇਹ MBBS ਐਡਮਿਸ਼ਨ ਦੇ ਥੋੜਾ ਨੰਬਰ ਘਟਾ ਦਿੰਦੇ। EMA ਜਿਹੜੀ ਹੈ ਆਪਣੀ ਸੈਂਟਰਲ ਬਾਡੀ ਇੰਡੀਅਨ ਮੈਡੀਕਲ ਐਸੋਸੀਏਸ਼ਨ, ਉਹਦੇ ਜਿਹੜੇ ਆਰਡਰਸ ਨੇ ਜਾਂ ਉਹਦਾ ਡਿਸੀਜਨ ਜਿਹੜਾ ਉਹਨੂੰ ਫੋਲੋ ਕਰਨ ਲਈ ਅਸੀਂ ਇਹ ਕੱਲ ਸਟ੍ਰਾਈਕ ਕਰ ਰਹੇ ਹਾਂ। 12 ਘੰਟੇ ਦੀ ਸਟ੍ਰਾਈਕ ਹੈ, ਜਿਹਦੇ ਵਿੱਚ ਕੋਵਿਡ ਤੇ ਐਮਰਜੈਂਸੀ ਸਰਵਿਸਿਜ਼ ਕੀਤੀਆਂ ਜਾਣਗੀਆਂ ਤੇ ਬਾਕੀ ਸਾਰੀਆਂ ਸੇਵਾਵਾਂ ਬੰਦ ਕੀਤੀਆਂ ਜਾਣਗੀਆਂ। D4U न्यूज़ देख रहे तमाम दोस्तों को दीपक भंडारी का नमस्कार। सेंट्रल काउंसिल ऑफ इंडियन मेडिसिन यानी कि CCIM की ओर से आयुर्वेदिक के पोस्ट ग्रेजुएट स्टूडेंट्स और डॉक्टरों को जनरल सर्जरी, ENT और डेंटल सर्जरी करने की इजाज़त दे दी है। इसी को लेकर इंडियन मेडिकल एसोसिएशन की ओर से विरोध जताया जा रहा है। कल यानी कि 11 दिसंबर को 12 घंटे के लिए ऑल इंडिया मेडिकल एसोसिएशन की ओर से स्ट्राइक की जा रही है पूरे देश में। हमारे साथ हैं इंडियन मेडिकल एसोसिएशन के पंजाब प्रदेश के चुने गए अध्यक्ष वर्ष 2021 के डॉक्टर KD अरोड़ा और अमृतसर मेडिकल एसोसिएशन की जो डॉक्टर अमनदीप कौर हैं, इन्हें वर्ष 2021 के लिए अमृतसर की शाखा का IMA का प्रधान चुना गया है। इनसे बात करते हैं कि आखिरकार ये क्यों विरोध जता रहे हैं आयुर्वेदिक डॉक्टरों को, अगर सरकार ने ये सुविधा देने की फैसला लिया है तो इनका क्या विरोध है। सत श्री अकाल डॉक्टर साहब, पहले तो थोड़ा साढ़े D4U न्यूज़ चैनल स्वागत है। थैंक यू सो मच एंड थैंक्स एंड माय वेलकम टू योर लिसनर्स आल्सो। डॉक्टर साहब, इंडियन मेडिकल एसोसिएशन क्यों विरोध जता रही है ਜਿਹੜਾ ਸਰ ਸੈਂਟਰਲ ਕਾਉਂਸਲ ਆਫ ਇੰਡੀਅਨ ਆਯੁਰਵੈਦਿਕ ਨੇ ਜਿਹੜਾ ਪੋਸਟ ਗ੍ਰੈਜੂਏਸ਼ਨ ਸਟੂਡੈਂਟਸ ਐਂਡ ਜਿਹੜੇ ਕਰ ਚੁੱਕੇ ਹਨ ਉਹਨਾਂ ਡਾਕਟਰਸ ਨੂੰ ਜਨਰਲ ਸਰਜਰੀ, ਡੈਂਟਲ ਸਰਜਰੀ ਐਂਡ ਹੋਰ ਜਿਹੜੀ ਪੈਥਿਸ ਚ ਅਲਾਉ ਕਰਤਾ ਜੀ, ਤੁਸੀਂ ਇਹਦੇ ਚ ਵੀ ਕੰਮ ਕਰ ਸਕਦੇ ਹੋ। ਦੇਖੋ, ਸੈਂਟਰਲ ਕਾਉਂਸਲ ਆਫ ਇੰਡੀਅਨ ਮੈਡੀਸਨ ਦੇ ਇਸ ਫਰਮਾਨ ਨੂੰ ਸਾਨੂੰ ਅਗਰ ਵੱਡੇ ਕੈਨਵਸ ਤੇ ਦੇਖਿਆ ਜਾਏ ਤੇ ਇਹ ਇੱਕ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦਾ ਹੀ ਹਿੱਸਾ ਹੈ। ਓਕੇ, ਉਸ ਦੇ ਵਿੱਚ ਗਵਰਨਮੈਂਟ ਨੇ 4 ਕਮੇਟੀਆਂ ਬਣਾਈਆਂ ਜਿਨ੍ਹਾਂ ਦੇ ਤਹਿਤ ਮੈਡੀਕਲ ਐਜੂਕੇਸ਼ਨ ਨੂੰ ਇਸ ਤਰ੍ਹਾਂ ਤਬਦੀਲ ਕੀਤਾ ਜਾ ਰਿਹਾ ਹੈ ਵੀ ਇਹ ਸਾਰੇ ਸਿਸਟਮ ਜਿਹੜੇ ਨੇ, ਸਿਸਟਮ ਆਫ ਮਾਡਰਨ ਮੈਡੀਸਨ, ਆਯੂਸ਼, ਹੋਮਿਓਪੈਥੀ, ਯੂਨਾਨੀ ਐਂਡ ਆਲ ਦੈਟ, ਇਹਨਾਂ ਨੂੰ ਅਮੈਲਗੇਮੇਟ ਕਰਕੇ ਇੱਕ ਹਾਈਬ੍ਰਿਡ ਟਾਈਪ ਆਫ ਸਿਸਟਮ ਬਣਾਇਆ ਜਾ ਰਿਹਾ, ਜਿਹਦੀ ਕਿ ਇਹਨਾਂ ਦੀ ਟਾਰਗੇਟ ਹੈ 2030 ਤੱਕ ਸਾਰੇ 600 ਦੇ 600 ਮੈਡੀਕਲ ਕਾਲਜਸ ਜਿਹੜੇ ਹਿੰਦੁਸਤਾਨ ਦੇ ਨੇ, ਦੇ ਵਿਲ ਪ੍ਰੋਡਿਊਸ ਡਾਕਟਰਸ ਆਫ ਹਾਈਬ੍ਰਿਡ ਸਿਸਟਮ ਆਫ ਮੈਡੀਸਨ ਲਾਈਕ ਸੋ ਕਾਲਡ ਮਿਕਸੋਪੈਥੀ ਔਰ ਕ੍ਰਾਸਪੈਥੀ। ਅੱਛਾ, ਮਤਲਬ ਤੁਹਾਨੂੰ ਲੱਗਦਾ ਕਿ ਜਿਹੜੀ ਪ੍ਰੈਜ਼ੈਂਟ ਮੈਡੀਕਲ ਐਜੂਕੇਸ਼ਨ ਜਿਹੜੀ ਕਾਲਜਸ 'ਚ ਦਿੱਤੀ ਜਾ ਰਹੀ ਹੈ ਉਹਨੂੰ ਬੰਦ ਕਰਕੇ ਤੇ ਜਿਹੜਾ ਮਿਕਸ ਐਂਡ ਮੈਚ ਹੈ ਜਿਹਦੇ 'ਚ ਆਯੁਰਵੈਦਿਕ ਸਿਸਟਮ ਜਾਂ ਦੂਸਰੀ ਪੈਥਿਸ ਜਿਵੇਂ ਤੁਸੀਂ ਕਿਹਾ ਉਹ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ ਸਰਕਾਰ, ਤੇ ਇਹ ਉਹਦਾ ਹਿੱਸਾ ਜੀ? ਬਿਲਕੁਲ। ਤੁਸੀਂ ਇਹ ਦੇਖੋ ਕਿੰਨੀ ਵਿਡੰਬਨਾ ਹੈ, ਕਿੰਨੀ ਦੁਖਦਾਇਕ ਗੱਲ ਹੈ ਵੀ ਇੱਕ ਸਾਈਡ ਤੇ ਮਾਡਰਨ ਸਿਸਟਮ ਮੈਡੀਸਨ ਜਿਹੜਾ ਪਿਛਲੇ 500-700 ਸਾਲ ਤੋਂ ਪ੍ਰੋਗਰੈਸ ਕਰਕੇ ਅੱਜ ਕਿਸ ਮੁਕਾਮ ਤੇ ਪਹੁੰਚ ਗਿਆ, ਆਰਟੀਫਿਸ਼ੀਅਲ ਇੰਟੈਲੀਜੈਂਸ, ਟੈਲੀਮੈਡੀਸਨ, ਰਿਮੋਟ ਕੰਟਰੋਲ ਸਰਜਰੀਜ਼, ਰੋਬੋਟਿਕ ਸਰਜਰੀਜ਼ ਤੱਕ ਪਹੁੰਚ ਗਿਆ। ਇਸ ਸਿਸਟਮ ਨੇ ਜੋ ਦੁਨੀਆ ਨੂੰ ਦਿੱਤਾ ਉਹ ਦੁਨੀਆ ਦੇ ਇਨਸਾਨ ਦੇ ਇਤਿਹਾਸ 'ਚ ਅੱਜ ਤੱਕ ਕਦੀ ਹੋ ਨਹੀਂ ਸਕਿਆ। ਸਭ ਤੋਂ ਪਹਿਲੀ ਗੱਲ ਵਿਸਥਾਰ ਨਾਲ ਥੋੜ੍ਹਾ ਜਿਹਾ ਜਾਣਾਂਗਾ। ਪਲੀਜ਼। ਸਭ ਤੋਂ ਪਹਿਲੀ ਗੱਲ ਤੁਸੀਂ ਇਹ ਦੇਖੋ, ਸਾਰੇ ਹੈਲਥ ਇੰਡੈਕਸਿਸ ਜੋ ਕਿ 1947 'ਚ ਰੌਕ ਬਾਟਮ ਸਨ, ਅੱਜ ਦੁਨੀਆ ਦੇ ਚੰਗੇ ਟੌਪ ਦੇ ਦੇਸ਼ਾਂ ਦੇ ਨਾਲ ਮਿਲਦੇ ਨੇ। ਸਾਡੇ ਇਨਫੈਂਟ ਮੋਰਟੈਲਿਟੀ ਦੇਖ ਲਓ, it was 74 per 1000 births. Now it is 6 in Kerala.
ਅੱਜ ਇੱਕ ਆਦਮੀ ਜਿਹੜਾ ਹਿੰਦੁਸਤਾਨ ਦੀ ਸਰਜ਼ਮੀਨ ਤੇ ਪੈਦਾ ਹੁੰਦਾ ਹੈ, ਉਹ 70 ਸਾਲ ਦੀ ਉਮਰ ਭੋਗਣ ਦਾ ਮਤਲਬ ਭੋਗ ਸਕਦਾ, ਜਦ ਕਿ 1947 ਚ ਇਹ ਸਾਰੀ 36 ਸਾਲ ਸੀ। ਅੱਛਾ ਡਾਕਟਰ ਸਾਹਿਬ, ਇਨ ਨੈਟਸ਼ਲ ਜੇ ਮੈਂ ਗੱਲ ਕਰਾਂ, ਤੁਹਾਡੇ ਸਵਾਲ ਤੋਂ ਹੀ ਇੱਕ ਸਵਾਲ ਹੈ ਜੀ, ਇਹਦਾ ਮਤਲਬ ਸਰਕਾਰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਹੜੀ ਹੈ ਇਹਨੂੰ ਡੋਮੀਨੇਟ ਕਰਨ ਜਾ ਰਹੀ ਹੈ, ਜਿਹੜੀ ਵੀ ਜੋ ਅਸੀਂ 100 ਸਾਲ ਚ ਪਾਇਆ ਹੈ, ਜਿੱਥੇ ਜੋ ਅਸੀਂ ਅਚੀਵ ਕੀਤਾ ਹੈ, ਆਪਾਂ ਕਰੀਏ ਮੈਡੀਕਲ ਨੂੰ, ਤੇ ਮੇਰੇ ਹਿਸਾਬ ਸੇ ਇਹ ਬੜਾ ਰਿਗਰੈਸਿਵ ਸਟੈਪ ਹੈ। ਮੈਂ ਆਯੁਸ਼ ਤੇ ਵੀ ਆਵਾਂਗਾ। ਅੱਛਾ, ਠੀਕ। ਮੈਂ ਪਹਿਲੇ ਕਰ Please, ਲਵਾਂ। please, ਹੁਣ ਤੁਸੀਂ ਦੇਖੋ, ਇਨਸਾਨ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਦੁਨੀਆ ਦੀ ਸਰਜ਼ਮੀਨ ਤੋਂ ਚਿਕਨ ਪੌਕਸ, ਸਮਾਲ ਪੌਕਸ ਖਤਮ ਹੋ ਗਈ, ਪੋਲੀਓ ਖਤਮ ਹੋ ਗਿਆ, ਪਲੇਗ ਸਬਡਿਊਡ ਹੋ ਗਈ, ਜਿਹਦੇ ਨਾਲ ਹਰ ਸਾਲ ਲੱਖਾਂ ਹੀ ਲੋਕ, ਮਿਲੀਅਨਸ ਪੀਪਲ ਯੂਜ਼ ਟੂ ਡਾਈ, ਕੋਲਰਾ ਸਬਡਿਊਡ ਹੋ ਗਿਆ, ਤੇ ਹੋਰ ਕਈ ਬਿਮਾਰੀਆਂ ਜਿਨ੍ਹਾਂ ਲਾਈਫ ਸਟਾਈਲ ਡਿਜ਼ੀਜ਼ਸ ਦੇਖ ਲਓ, ਉਹਨਾਂ ਤੇ ਇੰਨਾ ਕੁ ਇਫੈਕਟਿਵ ਕੰਟਰੋਲ ਹੋਇਆ ਹੈ ਵੀ ਆਦਮੀ ਬੜਾ ਹੱਸੀ ਖੁਸ਼ੀ ਜਿੰਦਾ। ਅੱਜ ਤੁਸੀਂ ਸੜਕ ਤੇ ਕੋਈ ਲੂਲਾ ਲੱਗਾ ਬੰਦਾ ਨਹੀਂ ਦੇਖਦੇ ਜਿਹੜਾ ਡੰਗੋਰੀ ਲੈ ਕੇ ਤੁਰਦਾ ਫਿਰਦਾ ਹੋਵੇ। ਯੂ ਵਿਲ ਸੀ ਪੀਪਲ ਵੀਅਰਿੰਗ ਫਲੀਟਸ। 80 ਸਾਲ ਦੇ, 70 75 ਸਾਲ ਦੇ ਲੋਕ ਮੇਰੇ ਨਾਲ ਸਵਿਮਿੰਗ ਕਰਦੇ ਨੇ ਸਰਵਿਸ ਕਲੱਬ ਸਵਿਮਿੰਗ ਪੂਲ 'ਚ। ਇਹ ਕਿਸ ਚੀਜ਼ ਦੀ ਦੇਣ ਹੈ? ਇਹ ਮਾਡਰਨ ਸਿਸਟਮ ਦੀ ਦੇਣ ਹੈ, ਜਿਹੜਾ ਮੈਡੀਕਲ ਐਜੂਕੇਸ਼ਨ, ਮਾਡਰਨ ਮੈਡੀਕਲ ਐਜੂਕੇਸ਼ਨ ਤੇ ਮਾਡਰਨ ਸਿਸਟਮ। ਅੱਜ ਦੁਨੀਆ ਦੇ ਖਾਸ ਕਰ ਗ੍ਰੇਟ ਬ੍ਰਿਟੇਨ 'ਚ, ਅਮਰੀਕਾ 'ਚ, ਯੂਰਪ 'ਚ, ਹੋਰ ਕੰਟਰੀਜ਼ ਦੇ ਯੂਰਪ ਦੇ, ਈਵਨ ਮਿਡਲ ਈਸਟ ਦੇ ਵਿੱਚ, ਉਹਨਾਂ ਦੀ ਸਾਰੀ ਹੈਲਥ ਕੇਅਰ ਜਿਹੜੀ ਹੈ, ਇਟ ਇਜ਼ ਇਨ ਦੀ ਮੈਜੋਰਿਟੀ ਆਫ ਇੰਡੀਅਨ ਹੈਂਡਸ। ਇੰਡੀਅਨ ਡਾਕਟਰਸ, they have taken the modern medicine to such a great heights. You see, the medical tourism in India has grown by leaps and bounds. People coming from all corners of the world to get their treatment in the Indian hospitals. ਅੱਜ ਦੀ ਡੇਟ 'ਚ ਅਸੀਂ $9 ਬਿਲੀਅਨ ਹਰ ਸਾਲ ਫੋਰਨ ਐਕਸਚੇਂਜ ਦਾ ਸਿਰਫ ਹੈਲਥ ਟੂਰਿਜ਼ਮ ਤੱਕ ਮਾਰ ਰਹੇ ਹਾਂ। ਤੇ ਡਾਕਟਰ ਸਾਹਿਬ, ਜਿਹੜਾ ਇਹ ਗਵਰਨਮੈਂਟ ਨੇ ਇੱਕ ਸਿਸਟਮ ਸ਼ੁਰੂ ਕਰ ਦਿੱਤਾ ਹੈ ਜਿਹਦੀ ਅਨਾਉਂਸਮੈਂਟ ਹੋ ਗਈ, ਕਿ ਤੁਹਾਡੀ IMA ਨੇ ਦੇਸ਼ ਮਤਲਬ ਨੈਸ਼ਨਲ ਲੈਵਲ ਤੇ ਇਹਨੂੰ ਅਪੋਜ਼ ਨਹੀਂ ਕੀਤਾ ਸੀਗਾ, ਜਾਂ ਇਹਨਾਂ ਕੋਲ ਪੁੱਛਿਆ ਹੀ ਨਹੀਂ ਗਿਆ? ਦੇਖੋ, ਇਸ ਤਰ੍ਹਾਂ ਹੈਗਾ, ਇਹ ਆਰਡੀਨੈਂਸ ਆਇਆ, ਉਹਦੇ ਬਾਅਦ ਉਹਨੂੰ ਲਾਅ ਬਣਾਤਾ। ਲਾਈਕ ਜਿਵੇਂ ਕਿਸਾਨਾਂ ਦੇ ਆਰਡੀਨੈਂਸ ਲਿਆਂਦੇ ਆ, ਉਹਨੂੰ ਕਿਉਂਕਿ ਕਿਸਾਨ ਤੇ ਹੁਣ ਸੜਕਾਂ ਤੇ ਬੈਠੇ ਆ, ਤੇ ਡਾਕਟਰ ਤੇ ਨਹੀਂ ਬੈਠ ਸਕਦੇ। ਪਾਰਲੀਮੈਂਟ ਸਟੈਂਡਿੰਗ ਕਮੇਟੀ ਨੇ ਇੱਕ ਪਹਿਲੇ ਨੈਸ਼ਨਲ ਮੈਡੀਕਲ ਕਮਿਸ਼ਨ ਬਣਿਆ ਸੀ, ਉਹਦੇ ਅਗੇਂਸਟ ਵੀ ਇਹਨਾਂ ਡਾਕਟਰਸ ਦੀਆਂ ਸਾਰੀਆਂ ਪਾਵਰਸ ਖੋਲੀ। ਕੁਆਲੀਫਾਈਡ ਬੰਦੇ ਇਹ ਕੰਮ ਕਰ ਹੀ ਨਹੀਂ ਰਹੇ ਅੱਜ ਕੱਲ੍ਹ। ਦੇ ਆਰ ਨਾਟ ਐਟ ਦੀ ਹੈਲਮ ਆਫ ਅਫੇਅਰਸ, ਦੇ ਐਡਮਿਨਿਸਟ੍ਰੇਟਿਵ ਪੋਸਟਾਂ ਉਹਨਾਂ ਕੋਲ ਬਹੁਤ ਘੱਟ ਨੇ। ਤੁਸੀਂ ਹੈਰਾਨ ਹੋਵੋਗੇ, MCI ਹੁੰਦੀ ਸੀ, ਨੋ ਡਾਊਟ ਵਿਦ ਦੀ ਪੈਸੇਜ ਆਫ ਟਾਈਮ ਕਰਪਸ਼ਨ ਆ ਗਈ ਉਹਦੇ 'ਚ, ਪਰ ਜੋ ਅੱਜ ਦੀ ਦੇਣ ਹੈ ਮੈਡੀਕਲ ਸਾਇੰਸ, ਮੈਡੀਕਲ ਕਾਲਜਸ ਦੀ ਜਾਂ ਮਾਡਰਨ ਸਿਸਟਮ ਮੈਡੀਸਨ ਦੀ, ਹਸਪੀਟਲ ਦੀ, ਇਹ ਉਹਦੀ ਦੇਣ ਹੈ। ਸਿਰਫ ਇੱਕ ਬੰਦੇ ਦੀ ਕਰਪਸ਼ਨ ਕਰਕੇ ਤੁਸੀਂ ਹਜ਼ਾਰਾਂ ਦੇ ਸੈਂਕੜੇ ਬੰਦੇ ਕਰਪਟ ਲੈ ਆਓਗੇ ਅੱਗੇ। ਮਤਲਬ ਡਾਕਟਰ ਸਾਹਿਬ ਕਹਿਣ ਦਾ ਮਤਲਬ ਵੀ ਤੁਹਾਡੇ ਉੱਪਰ ਵੀ ਉਦੋਂ ਬਿਊਰੋਕਰੇਟਸ ਲਗਾਤੇ ਗਏ, ਕਿਉਂਕਿ ਡਾਕਟਰ ਤਾਂ ਕੋਈ ਵੀ ਨਹੀਂ ਹੈ ਜਿਹੜੇ। ਉਦੋਂ ਵੀ ਅਸੀਂ ਬੜੇ ਪ੍ਰੋਟੈਸਟ ਕੀਤੇ ਸੀ, ਪਰ ਕੋਈ ਸੁਣੀ ਨਹੀਂ ਗਈ। ਤੇ ਡਾਕਟਰ ਸਾਹਿਬ, ਹੁਣ ਇਹਦੇ 'ਚ ਹੋਰ ਤੁਹਾਡਾ ਕੀ ਰੋਸ਼ ਹੈ ਇਹਦੇ 'ਚ? ਹੁਣ ਦੇਖੋ, ਆਯੁਸ਼ ਸਿਸਟਮ ਨੂੰ ਜਿਹੜਾ ਕੀਤਾ ਜਾ ਰਿਹਾ ਹੈ, ਮੇਰਾ ਰੋਸ਼ ਜਿਹੜਾ ਹੈਗਾ ਨਾ, ਉਹ ਇਹ ਹੈਗਾ, ਆਯੁਸ਼ ਸਿਸਟਮ ਆਫ ਮੈਡੀਸਨ, ਉਹਨੂੰ ਆਪਣੀ ਜਗ੍ਹਾ ਤੇ ਪ੍ਰੋਗਰੈਸ ਕਰਨ ਦਿਓ। ਉਹਦੇ ਰਿਸਰਚ ਸੈਂਟਰ ਖੋਲੋ, ਉਹਦੇ ਰਿਸਰਚ ਲੈਬਸ ਖੋਲੋ। ਉਹ 5000 ਸਾਲ ਤੋਂ ਡੋਰਮੈਂਟ ਪਿਆ। ਦੇ ਹੈਵ ਨਾਟ ਬੀਨ ਏਬਲ ਟੂ ਪ੍ਰੋਗਰੈਸ ਐਨੀਵੇਅਰ ਇਨ ਮੈਡੀਕਲ ਸਾਇੰਸ। ਕੋਈ ਰਿਸਰਚ ਨਹੀਂ, ਕੋਈ ਕੁਛ ਨਹੀਂ ਹੈਗਾ। ਉਹੀ ਜੋ ਵਿਜ਼ਡਮ ਜੋ ਮਿਲੀ ਹੈ ਸਦੀਆਂ ਤੋਂ ਸਾਨੂੰ, ਉਸੇ ਦੇ ਸਿਰ ਤੇ ਅਸੀਂ ਚੱਲੀ ਜਾ ਰਹੇ ਹਾਂ। ਸੇਮ ਬਾਤ ਪਿੱਤ ਕਫ, ਉਹੀ ਥਿਊਰੀਜ਼ ਨੇ, ਕੋਈ ਉਹਨਾਂ 'ਚ ਚੇਂਜ ਨਹੀਂ ਆਈ। ਗਵਰਨਮੈਂਟ ਸ਼ੁੱਡ ਹੈਵ ਸਪੈਂਡ ਮਨੀ ਔਨ ਦੇਅਰ ਇਨਫਰਾਸਟਰਕਚਰ, ਔਨ ਦੇਅਰ ਐਜੂਕੇਸ਼ਨ, ਰਾਦਰ ਦੈਨ ਮਿਕਸਿੰਗ ਬੋਥ ਦੀ ਸਿਸਟਮਸ ਆਫ ਮੈਡੀਸਨ। ਨਹੀਂ ਡਾਕਟਰ ਸਾਹਿਬ, ਉਹ ਜਿਵੇਂ ਕਹਿੰਦੇ ਵੀ ਇਹਦਾ ਬਹੁਤ ਫਾਇਦਾ ਹੋਏਗਾ, ਕਮਿਊਨਿਟੀ ਡਾਕਟਰ ਜਿਹੜੇ ਹੈ ਉੱਥੇ ਜਾਂਦੇ ਨਹੀਂ ਹੈ, ਰਿਮੋਟ ਏਰੀਆਜ਼ 'ਚ ਅਵੇਲੇਬਿਲਿਟੀ ਨਹੀਂ ਹੈ। ਤੁਸੀਂ ਦੱਸੋ, ਇਹ ਇੱਕ ਸਿਰਫ ਇੱਕ ਗਵਰਨਮੈਂਟ ਦਾ ਬਹਾਨਾ। ਤੁਸੀਂ ਅੱਜ ਦੀ ਡੇਟ 'ਚ ਮੈਨੂੰ ਆਯੂਸ਼ ਸਿਸਟਮ ਦੇ ਡਾਕਟਰ ਦੱਸੋ ਜਿਹੜੇ ਜਾ ਰਹੇ ਨੇ ਪੈਰੀਫਰੀ ਤੇ ਕੰਮ ਕਰਨ। ਰਾਦਰ ਫॉर ਦੀ ਪੈਰੀਫਰੀ ਗਵਰਨਮੈਂਟ ਨੇ ਆਪਣੇ ਸਪੈਸ਼ਲ ਕਾਡਰ ਤਿਆਰ ਕੀਤਾ ਸੀ, ਜਿਹਦੇ 'ਚ ਨਰਸਿਸ ਨੂੰ, ਪੈਰਾਮੈਡੀਕਲ ਸਟਾਫ ਨੂੰ ਹੈਲਥ ਵੈਲਨੈਸ ਸੈਂਟਰਸ ਦੇ ਵਿੱਚ ਭੇਜਿਆ। ਅਸਲੀ ਤਰੀਕਾ ਤੇ ਉਹ ਹੈ, ਨਾ ਕਿ ਹਾਫ ਬੇਕਡ ਤੁਸੀਂ ਪ੍ਰੋਫੈਸ਼ਨਲਸ ਨੂੰ ਮਿਕਸੋਪੈਥੀ ਸਿਖਾ ਕੇ ਉੱਥੇ ਤੁਸੀਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਲਈ ਤਿਆਰ ਕਰਦੇ ਹੋ। ਤੇ ਡਾਕਟਰ ਸਾਹਿਬ, ਤੁਹਾਨੂੰ ਨਹੀਂ ਲੱਗਦਾ ਵੀ ਜੇ BAMS ਜੇ ਫਲਰਿਸ਼ ਕੀਤੇ ਇੱਥੋਂ ਤੱਕ ਪਹੁੰਚੇ, ਤੁਹਾਨੂੰ ਟੱਕਰ ਦੇਣ ਦੀ ਸਥਿਤੀ 'ਚ ਆ ਗਏ ਹੈ,
ਉਹਦੇ 'ਚ ਤੁਹਾਡੇ ਡਾਕਟਰਸ ਦਾ ਵੀ ਬੜਾ ਵੱਡਾ ਰੋਲ ਹੈ ਜੀ। ਉਹਨਾਂ ਨੇ ਹਸਪਤਾਲ ਬਣਾਏ ਤੇ ਤੁਹਾਡੇ ਡਾਕਟਰ ਜਾ ਕੇ ਉੱਥੇ ਸਰਜਰੀਆਂ ਕਰਦੇ ਰਹੇ। ਦੇਖੋ ਮੈਂ ਤੁਹਾਨੂੰ ਦੱਸਣਾ, ਇਹ ਤੇ ਚਲੋ BAMS ਡਾਕਟਰ ਸੀ, ਫਿਰ ਕੁਆਲੀਫਾਈਡ ਸਨ। ਅਤੇ ਜਿਹੜੇ ਕਾਰਪੋਰੇਟਸ ਨੇ ਹਸਪਤਾਲ ਬਣਾਏ ਨੇ, ਜਿਹੜੇ ਬਿਜ਼ਨਸਮੈਨ ਨੇ ਹਸਪਤਾਲ ਬਣਾਏ ਨੇ, ਜਿਹੜੇ ਪੋਲੀਟੀਸ਼ੀਅਨਸ ਨੇ ਬਣਾਏ ਨੇ, ਉਹ ਕਿੱਧਰ ਦੇ ਕੁਆਲੀਫਾਈਡ ਸਨ। ਉਹਨਾਂ ਵਿੱਚ ਵੀ ਤੇ ਸਾਡੇ ਡਾਕਟਰ ਹੀ ਕੰਮ ਕਰਦੇ ਪਏ ਨੇ। ਸੋ ਇਸ ਚੀਜ਼ ਨੂੰ ਤੁਸੀਂ ਇਹ ਜਸਟੀਫਾਈ ਨਹੀਂ ਕਰ ਸਕਦੇ ਵੀ ਤੁਸੀਂ ਇਹ ਮਿਕਸੋਪੈਥੀ ਕਿਉਂ ਮਤਲਬ ਕਿਉਂ ਰਿਜੈਂਟ ਕਰ ਰਹੇ ਜੇ। ਵਾਈ ਆਰ ਯੂ ਸਪੀਕਿੰਗ ਅਗੇਂਸਟ ਮਿਕਸੋਪੈਥੀ। ਤੇ ਡਾਕਟਰ ਸਾਹਿਬ ਤੁਸੀਂ ਪੰਜਾਬ ਲੈਵਲ ਦੇ ਉੱਪਰ ਤੁਹਾਡਾ ਜਿਹੜਾ ਹੈ ਉਹ ਕੀ ਕੋਈ ਆਪਣੀ ਪ੍ਰੈਜੈਂਟੇਸ਼ਨ ਦਿਓਗੇ ਕੱਲ ਤੁਸੀਂ? ਪੰਜਾਬ ਲੈਵਲ ਦੇ ਉੱਤੇ ਸਾਡੇ ਪ੍ਰੈਜ਼ੀਡੈਂਟ ਦੇਣਗੇ ਮੋਸਟ ਲਾਈਕਲੀ। ਤੇ ਮੈਂ ਤੇ ਜੋ ਅੱਜ ਤੁਹਾਨੂੰ ਕਹਿ ਰਿਹਾ ਗੱਲ, ਮੈਨੂੰ ਕੋਈ ਹੋਰ ਇੰਟਰਵਿਊ ਲੈਣਾ ਹੁੰਦਾ, ਆਈ ਵਿਲ ਅਗੇਨ ਸਪੀਕ ਲਾਈਕ ਦਿਸ। ਤੇ ਅਸੀਂ ਤੁਸੀਂ ਹੋਰ ਕੁਝ ਕਹਿਣਾ ਚਾਹੋਗੇ? ਅਸੀਂ ਕਿਉਂਕਿ ਮੈਡਮ ਨਾਲ ਫਿਰ ਗੱਲ ਕਰਾਂਗੇ ਜੀ ਕੱਲ ਦੀ ਜਿਹੜੀ ਡਿਸਟ੍ਰਿਕਟ ਦੀ ਕੀ। ਹਾਂਜੀ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਅਗਰ ਗਵਰਨਮੈਂਟ ਸੱਚੀ ਮੁੱਚੀ ਇੰਟਰਸਟਿਡ ਹੈ ਟ੍ਰੈਡੀਸ਼ਨਲ ਸਿਸਟਮ ਦੇ ਭਲੇ ਲਈ, ਸਾਡੇ ਕੰਟਰੀ ਦੀ ਹੈਰੀਟੇਜ ਦੇ ਭਲੇ ਲਈ, ਇਹਨਾਂ ਨੂੰ ਕੀ ਚਾਹੀਦਾ, ਇਨਸਟੈਡ ਆਫ ਬ੍ਰਿੰਗਿੰਗ them ਥਰੂ ਬੈਕ ਡੋਰ, ਐਵੇਂ ਮਾਡਰਨ ਸਿਸਟਮ 'ਚ ਸੰਨ ਲਾ ਕੇ ਕਿਸੇ ਨੂੰ ਅੰਦਰ ਭੇਜ ਦਿਓ। ਜੀ ਜੀ ਜੀ। ਉਹਦੇ ਨਾਲੋਂ ਤੇ ਇਹ ਚੰਗਾ ਸੀ ਵੀ ਇਹ MBBS ਐਡਮਿਸ਼ਨ ਦੇ ਥੋੜਾ ਨੰਬਰ ਘਟਾ ਦਿੰਦੀ, ਡਾਇਲੂਟ ਕਰ ਦਿੰਦੀ। ਸਰ ਉਹ ਤਾਂ ਮੈਂ ਤੁਹਾਨੂੰ ਐਡ ਕਰਨਾ ਚਾਹਾਂਗਾ ਤੁਹਾਡੇ ਤੇ, ਸੌਰੀ ਮੈਂ ਕੱਟ ਰਿਹਾ। 441 ਸੀਟਾਂ ਇਸ ਕਰਕੇ ਖਾਲੀ ਰਹਿ ਗਈਆਂ ਕਿਉਂਕਿ ਸੀਟਾਂ ਫੀਸ ਨਹੀਂ ਲੋਕਾਂ ਕੋਲ। ਫੀਸ ਨਹੀਂ, ਮੈਂ ਤਾਂ ਉੱਥੇ ਹੀ ਆਉਣ ਲੱਗਾ। ਉਹਨਾਂ ਬੱਚਿਆਂ ਨੂੰ ਜਿਹੜੇ ਦੇਖੋ ਹੁਣ ਮੈਂ ਲੈਟਸ ਸੇ ਮੈਂ 90% ਨੰਬਰ ਲੈ ਕੇ ਦਾਖਲ ਹੋਇਆ MBBS, ਸਾਡੇ ਵੇਲੇ ਇੰਨੇ ਨਹੀਂ ਸੀ ਆਉਂਦੇ। I only had 65-70% ਮਾਰਕਸ। ਅੱਜ ਕੱਲ੍ਹ 90, 95, 99% ਨੰਬਰ ਆਣੇ ਆਮ ਗੱਲ ਹੋ ਗਈ ਕਿਉਂਕਿ ਮਲਟੀਪਲ ਚੋਇਸ ਕੁਐਸਚਨਸ ਨੇ। ਇਹ ਜਿਹੜੇ ਬੱਚੇ ਆਯੂਸ਼ ਭਰਤੀ ਹੁੰਦੇ ਮਰਜ਼ੀ ਨਾਲ ਨਹੀਂ ਹੁੰਦੇ, ਗਿਵਨ ਅ ਚੋਇਸ ਦੇ ਵਿਲ ਜੁਆਇਨ ਦੀ MBBS ਕੋਰਸ। ਰਾਈਟ। ਪਹਿਲੀ ਗੱਲ, ਦੇ ਵਰ ਨੈਵਰ ਗਿਵਨ ਅ ਚੋਇਸ ਬਿਕੋਜ਼ ਆਫ ਲਿਟਲ ਬਿਟ ਡਿਫਰੈਂਸ ਇਨ ਦੀ ਮਾਰਕਸ। ਯੈਸ। Secondly, high fees right of the modern system of medicine. Thirdly, very few medical colleges. ਅੱਛਾ ਸਰ, ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਜਿਹੜੀ ਸੀ ਮੈਡੀਕਲ ਕਾਲਜ ਵਧਾਉਣ ਦੀ ਬਜਾਏ ਇਹਨਾਂ ਨੇ ਇਹ ਸਿਸਟਮ ਲਾਗੂ ਕਰਦਾ ਵੀ ਆਪਣੇ ਗਲੋਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਸਰਕਾਰ? ਨਹੀਂ, ਜ਼ਿੰਮੇਵਾਰੀ ਤੋਂ ਵੀ ਭੱਜ ਰਹੀ ਹੈ। ਇਹਦੇ 'ਚ ਪੋਲੀਟੀਕਲ ਐਂਗਲ ਵੀ ਹੈ। There are so many ਆਯੁਰਵੈਦਿਕ ਮੈਡੀਕਲ ਕਾਲਜਸ ਜਿਹੜੇ ਬਿਲਕੁਲ ਖਾਲੀ ਪਏ ਨੇ and they are being run by vested interests. Right. Means politicians, businessmen, ਉਹਨਾਂ ਨੂੰ ਵੀ ਤਾਂ ਭਰਨਾ। Okay. MCA ਨੂੰ ਕਿਉਂ ਰਿਜ਼ੋਲਵ ਕੀਤਾ ਗਿਆ? ਫੀਸ ਸਟਰਕਚਰ ਨੂੰ ਇਹਨਾਂ ਨੇ ਇੰਨਾ ਕੁ ਮਾੜਾ ਕਰ ਦਿੱਤਾ ਹੈ ਵੀ ਇਨ ਐਨੀ ਪ੍ਰਾਈਵੇਟ ਕਾਲਜ 50% of the seats will be on government charges, and the rest 50% they are free to charge any amount of money. So you can see ਵੀ ਇੱਥੋਂ ਤੁਹਾਨੂੰ ਪਤਾ ਲੱਗ ਸਕਦਾ ਵੀ ਕਿੰਨਾ ਕੁ ਰੌਟ ਆ ਗਿਆ ਮੈਡੀਕਲ ਐਜੂਕੇਸ਼ਨ ਦੇ ਵਿੱਚ ਐਟ ਦੀ ਪੋਲੀਟੀਕਲ, ਐਡਮਿਨਿਸਟ੍ਰੇਟਿਵ ਐਂਡ ਐਕੈਡੈਮਿਕ ਲੈਵਲ। ਹੋਰ ਤੁਸੀਂ ਡਾਕਟਰ ਸਾਹਿਬ ਕੁਝ ਕਹਿਣਾ ਚਾਹੋ ਉਹਨੂੰ ਲੈ ਕੇ? ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਸਾਰੇ ਜਿਹੜੇ ਦੋਜ਼ ਹੂ ਆਰ ਡਾਈ-ਹਾਰਡ ਫਾਲੋਅਰਸ ਆਫ ਆਯੂਸ਼ ਸਿਸਟਮ ਆਫ ਮੈਡੀਸਨ ਜੀ, ਉਹਨਾਂ ਨੂੰ ਤੇ ਤੁਸੀਂ ਦਿਓ ਪੂਰੀਆਂ ਫੈਸਿਲਿਟੀਜ਼ ਦੇ ਕੇ ਉਹਨਾਂ ਨੂੰ ਉਹਨਾਂ ਦੇ ਸਿਸਟਮ 'ਚ ਪੂਰਾ ਲਿਆਓ, ਗ੍ਰੈਜੂਏਟ ਕਰਾਓ, ਉਹਨਾਂ ਨੂੰ ਕੰਮ ਕਰਨ ਦਿਓ ਇਨ ਦੈਟ ਸਿਸਟਮ ਆਫ ਮੈਡੀਸਨ। ਬਟ ਦੋਜ਼ who would otherwise have preferred the modern system of medicine, ਉਹਨਾਂ ਲਈ 2030 ਤੱਕ ਤੁਹਾਡਾ ਟੀਚਾ ਹੈਗਾ ਟੂ ਕੰਪਲੀਟ ਦਿਸ ਪ੍ਰੋਸੈਸ ਆਫ ਮਿਕਸੋਪੈਥੀ। ਤੁਸੀਂ 2000 ਅੱਜ ਸ਼ੁਰੂ ਕਰੋ। ਕੁਝ ਕਾਲਜਸ ਜਿਹੜੇ ਈਅਰ ਮਾਰਕ ਕਰ ਲਓ ਵੀ ਇਹਨਾਂ ਨੂੰ ਅਸੀਂ ਸਿਰਫ ਮਾਡਰਨ ਸਿਸਟਮ ਲਈ ਦੇਣਾ ਔਨ ਲੋ ਚਾਰਜਸ, ਵੈਰੀ ਲੋ ਫੀਸ, ਰਾਈਟ, ਐਂਡ subsidized food and everything, whatever facilities you can give. That is money well spent. It's a budget education budget ਕਰੋ, ਇਹਨਾਂ ਨੂੰ ਐਲੋਕੇਟ ਕਰੋ। 2021 ਦੇ ਚੁਣੇ ਗਏ ਪ੍ਰਧਾਨ ਡਾਕਟਰ KD ਅਰੋੜਾ ਨੇ ਬੜੀ ਗੱਲ ਚੰਗੀ ਗੱਲ ਦੱਸੀ ਹੈ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਹੜੇ ਆਯੁਰਵੈਦਿਕ ਕਾਲਜ ਖਾਲੀ ਪਏ ਨੇ, ਕੁਝ ਪੋਲੀਟੀਸ਼ੀਅਨਸ, ਕੁਝ ਲੋਕ ਉਹਨਾਂ ਤੇ ਕਹੋ ਉਹਨਾਂ ਵੱਲੋਂ ਚਲਾਏ ਜਾ ਰਹੇ ਨੇ, ਉਹਨਾਂ ਨੂੰ ਵੈਂਟੀਲੇਟਰ ਤੋਂ ਉਤਾਰ ਕੇ ਉਹਨਾਂ ਨੂੰ ਜੀਵਨ ਦਾਨ ਦੇਣ ਲਈ ਇਹ ਸਿਰਫ ਮਿਕਸੋਪੈਥੀ ਦੀ ਜਿਹੜੀ ਕਰ ਰਹੀ ਹੈ ਸਰਕਾਰ। ਅਦਰਵਾਈਜ਼ ਕਿਉਂਕਿ ਐਲੋਪੈਥੀ ਨੇ ਇੰਨੇ ਸਾਲਾਂ ਤੋਂ ਜੋ ਪਾਇਆ ਆਯੁਰਵੈਦੀ ਨੂੰ ਵਿੱਚ ਮਿਲਾ ਕੇ ਉਹਨੂੰ ਖਤਮ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ। It is going to finish Ayush system also. It is going to dilute the modern system, which will remain for nothing, good for nothing. ਡਾਕਟਰ ਸਾਹਿਬ, ਇਹਨੂੰ ਲੈ ਕੇ ਕੋਈ ਕੋਰਟ ਦੀ ਗਾਈਡਲਾਈਨਸ ਵੀ ਹੈਗੀਆਂ ਜਿਹੜਾ ਸਰਕਾਰ ਹੁਣ ਮਿਕਸ ਐਂਡ ਮੈਚ ਮਿਕਸੋਪੈਥੀ ਕਰ ਰਹੀ ਹੈ, ਇਹਨੂੰ ਲੈ ਕੇ ਕੋਈ ਸੁਪਰੀਮ ਕੋਰਟ ਨੇ, ਹਾਈ ਕੋਰਟ ਨੇ ਕੋਈ ਡਾਇਰੈਕਸ਼ਨ ਦਿੱਤੀਆਂ ਸੀ ਸਰਕਾਰ ਨੂੰ? ਸਰ ਇਸ ਤਰ੍ਹਾਂ ਹੈ ਦੀਪਕ ਜੀ, 1998 ਵਿੱਚ 3 ਬੈਂਚ ਸੁਪਰੀਮ ਕੋਰਟ ਦੇ 3 ਜੱਜਿਸ ਦੇ ਬੈਂਚ ਨੇ
एक क्लीयर कट रूलिंग दी है भी नो क्रॉसपैथी। अ परसन जिन्हें एक पैथी च ग्रैजुएशन की है वो उस पैथी च दवाई लिख सकता, उस पैथी च काम कर सकता। ही कैनॉट ट्रांसग्रेस इस पोजीशन, वो दूसरी पैथी च काम नहीं कर सकता। ਅੱਛਾ 22 ਸਾਲ ਬਾਅਦ ਇਹਨਾਂ ਨੂੰ ਧਿਆਨ ਆਇਆ ਵੀ ਉਹ ਸੁਪਰੀਮ ਕੋਰਟ Sorry. ਦੇ ਜਿਹੜੇ ਆਰਡਰ ਹੈ ਉਹਨਾਂ ਨੂੰ ਬਾਈਪਾਸ ਕਰਕੇ ਤੇ ਇਹ ਨਵਾਂ नहीं, उस तो बाद सबसिक्वेंटली फिर स्टेट हाई कोर्ट्स ने, फॉर एग्जांपल मध्य प्रदेश, फॉर एग्जांपल इलाहाबाद हाई कोर्ट, फॉर एग्जांपल बॉम्बे, ਇਹਨਾਂ ਨੇ ਹਰ ਵਾਰੀ ਇਸ ਚੀਜ਼ ਨੂੰ ਲੈ ਕੇ ਮੈਡੀਕੋ ਲੀਗਲ ਕੇਸਿਸ ਦੇ ਵਿੱਚ ਇਸੇ ਚੀਜ਼ ਨੂੰ ਲਿਆ ਵੀ ਤੁਸੀਂ ਆਪਣਾ ਜਿਹੜਾ ਹੈਗਾ ਨਾ ਫੀਲਡ ਕ੍ਰਾਸ ਨਹੀਂ ਕਰ ਸਕਦੇ। ਕ੍ਰਾਸਪੈਥੀ ਨੋ ਕ੍ਰਾਸਪੈਥੀ। ਅਗਰ ਪਰਸਨ ਕ੍ਰਾਸਪੈਥੀ ਕਰਦਾ ਹੈ ਉਹ ਡਾਕਟਰ ਨਹੀਂ, ਉਹ ਕੁਐਕ ਹੈ। ਇੱਥੋਂ ਤੱਕ ਕਿ ਸੁਪਰੀਮ courts ਕੋਰਟ ਨੇ ਨੇ, ਜਾਂ ਹਾਈ ਕੋਰਟਸ ਨੇ ਕਿਹਾ ਓਕੇ ਮਤਲਬ ਫਰਜ਼ੀ ਡਾਕਟਰ ਹੈ ਜਿਵੇਂ ਫਰਜ਼ੀ ਡਾਕਟਰ। ਨੀਮ ਕੀਮ ਖਤਰਾ ਜਾਨ। ਅਗਰ ਉਹਦੇ ਕਰਕੇ ਕਿਸੇ ਮਰੀਜ਼ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਉਹਨੂੰ ਉਹਦਾ ਹਰਜਾਨਾ ਭਰਨਾ ਹੀ ਪਏਗਾ। ਅੱਛਾ ਡਾਕਟਰ ਸਾਹਿਬ ਇਹ ਵੀ ਦੇਖਿਆ ਗਿਆ ਜੀ, ਇਹ ਸਵਾਲ ਹੈ ਵੀ ਜੇ ਕੋਈ ਡਾਕਟਰ ਕੁਆਲੀਫਾਈਡ ਡਾਕਟਰ ਕੋਈ ਗਲਤੀ ਕਰਦਾ ਹੈ ਉਹਦੇ ਲਈ ਤਾਂ ਕਈ ਸਜ਼ਾ, ਕਈਆਂ ਡਾਕਟਰਾਂ ਨੂੰ ਫਾਈਨ ਵੀ ਬੜਾ ਮੋਟਾ ਹੈ। ਅੰਮ੍ਰਿਤਸਰ ਦੇ ਵੀ ਇੱਕ ਡਾਕਟਰ ਨੇ ਹੁਣੇ ਉਹਨਾਂ ਨੂੰ ਰੀਸੈਂਟਲੀ ਕਾਫੀ ਮੋਟਾ ਫਾਈਨ ਹੋਇਆ। ਤੇ ਜਿਹੜੇ ਦੂਸਰੇ ਨੇ ਜਿਨ੍ਹਾਂ ਨੂੰ ਤੁਸੀਂ ਕਿਹਾ ਕੁਐਕਸ ਦੀ ਭਾਸ਼ਾ ਦੇ, ਉਹਨਾਂ ਨੂੰ ਸਭ ਮਾਫ ਹੈ। ਭੰਡਾਰੀ ਸਾਹਿਬ ਕਹਾਵਤ ਹੈ ਵੱਟਾ ਉੱਥੇ ਹੀ ਵੇਦਾ ਜਿਹਦਾ ਘਰ ਸ਼ੀਸ਼ੇ ਦਾ ਹੋਵੇ। ਸਮਝੇ ਕਿ ਨਹੀਂ? ਅਸੀਂ ਬਹੁਤ ਸੌਫਟ ਟਾਰਗੇਟ ਆ। ਅਸੀਂ ਪੜ੍ਹੇ ਲਿਖੇ ਲੋਕਾਂ ਨੂੰ ਕੁਛ ਸ਼ਾਇਦ ਚੰਗੇ ਨਹੀਂ ਲੱਗਦੇ ਵੀ, ਕਿਉਂਕਿ ਵੀ ਆਰ ਵੈਲ ਟੂ ਡੂ। ਸਵੇਰ ਤੋਂ ਲੈ ਕੇ ਰਾਤ ਤੱਕ ਪਹਿਲੇ ਪੜ੍ਹਾਈ ਵੇਲੇ ਮਿਹਨਤ ਕਰਦੀ, 18 ਘੰਟੇ ਪੜ੍ਹ ਕੇ ਫਿਰ ਕੈਰੀਅਰ ਬਣਾਉਣ ਲੱਗਿਆ। ਸਮਝੇ ਕਿ ਨਹੀਂ? ਉਮਰ ਲੱਗ ਜਾਂਦੀ ਹੈ। ਉਹ ਉਮਰ ਲੱਗ ਜਾਂਦੀ ਹੈ। ਉਹ ਸ਼ਾਇਦ ਕਿਉਂਕਿ ਸੁਸਾਇਟੀ ਇਹੋ ਜਿਹੀ ਹੈ ਨਾ, ਸੁਸਾਇਟੀ ਬਾਈ ਐਂਡ ਲਾਰਜ ਬੜੀ ਗ੍ਰੇਟਫੁਲ ਰਹਿੰਦੀ ਹੈ, ਬਟ ਵਿੱਚੋਂ ਕੁਛ ਅੰਸਰ ਇਹੋ ਜਿਹਾ ਨਿਕਲ ਆਉਂਦਾ ਵੀ ਛੋਟੀ ਵੀ ਗਲਤੀ ਤੁਹਾਡੀ ਜਿਹੜੀ ਹੈ ਉਹ ਕੋਲ ਬਰਦਾਸ਼ਤ ਨਹੀਂ ਹੁੰਦੀ, ਉਹ ਤੁਹਾਨੂੰ ਤਰੀਕੇ ਲਾਇਦਾ। ਪਰ ਐਟ ਦੀ ਸੇਮ ਟਾਈਮ ਜਿਸ ਤਰ੍ਹਾਂ ਤੁਸੀਂ ਕਿਹਾ, ਅਗਰ ਕੋਈ ਦੇਸੀ ਡਾਕਟਰ ਗਲਤੀ ਕਰਦਾ ਹੈ ਜਾਂ ਹੋਮਿਓਪੈਥਿਕ ਕਰਦਾ ਹੈ, ਜਾਂ ਤੇ ਉਹ ਗਲਤੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ, ਤੇ ਜਾਂ ਉਹ ਸਮਝਦੇ ਵੀ ਇਹ ਤੇ ਹੈ ਹੀ ਨਹੀਂ ਇਸ ਕਾਬਲ ਵੀ ਇਹ ਤੇ ਕੇਸ ਵੀ ਕਰਾਂ ਮੈਂ। ਡਾਕਟਰ ਸੌਫਟ ਟਾਰਗੇਟ ਹਰ ਪਾਸੇ। ਹਾਂ, ਹੁਣ ਦੇਖੋ ਨਾ, ਮਰੀਜ਼ ਸੜਕ ਤੇ ਸ਼ਰਾਬ ਪੀ ਕੇ ਐਕਸੀਡੈਂਟ ਕਰ ਲੈਂਦਾ, ਮਰਦਾ ਹਸਪਤਾਲ ਲਾਉਂਦਾ, ਉੱਥੇ ਤੇ ਕਿਸੇ ਨੂੰ ਕੁਝ ਨਹੀਂ ਕਹਿੰਦੇ, ਠੀਕ ਹੈ ਨਾ। ਹਸਪਤਾਲ ਜਾ ਕੇ ਡਾਕਟਰ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਮਰੀਜ਼ ਮਾਰਦੇ ਤੇ। ਇਟ ਹੈਪਨਸ ਜੀ ਐਵਰੀ ਡੇ। ਈਵਨ ਕੋਵਿਡ ਦੇ ਕੇਸਿਸ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿੰਨੇ ਹਸਪਤਾਲਾਂ 'ਚ ਪਹਿਲੇ ਲੋਕਾਂ ਨੇ ਖੱਪ ਪਾਈ, ਹਾਲਾਂਕਿ ਜਾਨ ਤਲੀ ਤੇ ਰੱਖ ਕੇ ਉਹ ਸਟਾਫ ਕੰਮ ਕਰ ਰਿਹਾ ਜੀ। ਸਿਰਫ ਵੀ 4 ਦਮੜੇ ਨਾ ਦੇਣੇ ਪੈ ਜਾਣ ਇਹਨਾਂ ਨੂੰ। ਉਸੇ ਕਲੇਸ਼ 'ਚ ਕਿੰਨੇ ਹਸਪਤਾਲਾਂ ਤੇ ਤੁਸੀਂ ਦੇਖੇ ਹੋਣੇ, ਕਈ ਵੀਡੀਓ ਬਣੇ ਤੇ ਕਈ ਖੱਪ ਪਈ, ਕਈ ਲੋਕਾਂ ਨੂੰ ਰਾਤਾਂ ਜਾਗ ਕੇ ਟੈਨਸ਼ਨ 'ਚ ਕੱਢਣੀਆਂ ਪਈਆਂ, और कई लोगों ने तंग आके कोविड सेंटर ही बंद कर दिया। बड़ी देखिए डॉक्टर साहब ने बड़ी बात बताई है कि सुप्रीम कोर्ट ने जो 3 जजों के बेंच ने भी ये कहा था कि इन पद्धतियों को मिक्स नहीं किया जाना चाहिए, अलग अलग दोनों को रखा जाए। फिर ये क्यों मिक्स कर रहे हैं? ये सरकारों की क्या मंशा है? क्या ये सोच रही हैं अपना इलाज कराना हो तो फॉरेन में चले जाते हैं, बड़े बड़े अस्पताल छोड़ के, और आम जनता को मरने के लिए छोड़ दिया गया? डॉक्टर साहब और तुझे कुछ कहना है? ये तो आपने कह ही दिया जो मैं कहने लगा था। हमारे होम मिनिस्टर जी बीमार हुए, पहले गए मेदांता में, फिर 2 बार एम्स में भी गए, ठीक है ना। और भी कई सारी एग्जांपल्स हैं। जो भी पॉलिटिशियन पीछे आपने सुना है कोरोना से पीड़ित हुआ, गया प्राइवेट हॉस्पिटल्स में गया, एंड वेरी फ्यू ऑफ देम माइट हैव गॉन टू एम्स एंड ऑल दैट, बट नॉट टू दिस आयुर्वेदिक और मिक्सोपैथी हॉस्पिटल और नेचुरोपैथिक क्लिनिक। अपना इलाज कराना हो तो बढ़िया डॉक्टर से, और जनता का इलाज कराना हो तो शैल्यपैथी से। जनता जाए भाड़ में यार, इन लोगों के लिए जनता क्या है? जनता तो कीड़े मकोड़े हैं। ਹੁਣ ਸਾਡੇ ਨਾਲ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਅੰਮ੍ਰਿਤਸਰ ਦੀ ਪ੍ਰਧਾਨ ਤੇ ਡਾਕਟਰ ਅਮਨਦੀਪ ਕੌਰ, ਗਰੁੱਪ ਆਫ ਅਮਨਦੀਪ ਹਸਪੀਟਲਸ ਦੇ ਐਮਡੀ ਵੀ ਨੇ। ਇਹਨਾਂ ਨਾਲ ਗੱਲ ਕਰਾਂਗੇ ਕੱਲ ਨੂੰ ਜਿਹੜਾ ਇਹਨਾਂ ਦਾ ਬੰਦ ਦੀ ਕਾਲ ਦਿੱਤੀ ਹੈ ਉਹਨੂੰ ਲੈ ਕੇ ਇਹਨਾਂ ਨੇ ਕੀ ਜਿਹੜੇ ਉਲੀਕਿਆ ਕਾਰਜਕ੍ਰਮ। ਅਸਲ ਜਿਹੜਾ ਡਾਕਟਰ ਸਾਹਿਬ ਤੁਸੀਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਚੁਣੇ ਗਏ ਹੋ 2021 ਲਈ, ਇਹ ਜਿਹੜੀ ਸੈਂਟਰ ਗਵਰਨਮੈਂਟ ਨੇ ਇੱਕ ਨਵੀਂ ਪਾਲਿਸੀ ਲਿਆਂਦੀ ਹੈ, ਆਯੁਰਵੈਦਿਕ ਜਿਹੜੇ ਡਾਕਟਰ ਉਹਨਾਂ ਨੂੰ ਸਰਜਰੀ, ਡੈਂਟਲ ਜਾਂ ਹੋਰ ਵੀ ਤੁਹਾਡੇ ਐਲੋਪੈਥਿਕ ਜਿਹੜੀ ਟ੍ਰੀਟਮੈਂਟ ਹੁੰਦੀ ਸੀਗੀ ਉਹਨਾਂ ਨੂੰ ਇਲਾਜ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਜਿਹਦਾ ਕਿ IMA ਕਾਫੀ ਵਿਰੋਧ ਜਤਾ ਰਹੀ ਹੈ। ਜੇ ਅਸੀਂ ਗੱਲ ਕਰੀਏ ਅੰਮ੍ਰਿਤਸਰ ਲੈਵਲ ਤੇ ਜਿਹੜੀ 11 ਤਰੀਕ ਨੂੰ ਸਟ੍ਰਾਈਕ ਹੋ ਰਹੀ ਹੈ, ਉਹਦੇ ਬਾਰੇ ਥੋੜਾ ਦੱਸਣਾ, ਤੁਸੀਂ ਕਿਉਂ ਸਟ੍ਰਾਈਕ ਕਰ ਰਹੇ ਹੋ ਤੇ ਇਹ ਕਿਸ ਤਰ੍ਹਾਂ ਇਹਦਾ ਰੂਪਰੇਖਾ ਤਿਆਰ ਕੀਤੀ ਗਈ ਹੈ? ਜਿਹੜੀ 11 ਤਰੀਕ ਦੀ ਸਟ੍ਰਾਈਕ ਹੈ ਇਹ ਅੰਮ੍ਰਿਤਸਰ IMA ਜਿਹੜੀ ਹੈ ਆਪਣੀ ਸੈਂਟਰਲ ਬਾਡੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹਦੇ ਜਿਹੜੇ ਆਰਡਰਸ ਨੇ
ਜਾਂ ਉਹਦਾ ਡਿਸੀਜਨ ਜਿਹੜਾ ਉਹਨੂੰ ਫੋਲੋ ਕਰਨ ਲਈ ਅਸੀਂ ਇਹ ਕੱਲ ਸਟ੍ਰਾਈਕ ਕਰ ਰਹੇ ਹਾਂ। 12 ਘੰਟੇ ਦੀ ਸਟ੍ਰਾਈਕ ਹੈ, ਜਿਹਦੇ ਵਿੱਚ ਕੋਵਿਡ ਤੇ ਐਮਰਜੈਂਸੀ ਸਰਵਿਸਿਜ਼ ਕੀਤੀਆਂ ਜਾਣਗੀਆਂ ਤੇ ਬਾਕੀ ਸਾਰੀਆਂ ਸੇਵਾਵਾਂ ਬੰਦ ਕੀਤੀਆਂ ਜਾਣਗੀਆਂ। ਅੱਛਾ ਡਾਕਟਰ ਭਾਈ, ਕਿੰਨੇ ਤੋਂ ਕਿੰਨੇ ਸਟ੍ਰਾਈਕ ਕਰ ਰਹੇ ਹੋ ਤੁਸੀਂ? ਸਵੇਰੇ 6 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਹੈ। ਅੱਛਾ, ਇੱਕ ਤੁਹਾਡੇ ਆਈਐਮਏ ਦੇ ਇਹਦੇ 'ਚ ਕੀ ਤਮਾਮ ਓਪੀਡੀਜ਼ ਬੰਦ ਰਹਿਣਗੀਆਂ ਸਿਰਫ, ਜਾਂ ਕੋਈ ਆਪਰੇਸ਼ਨ ਵੀ ਬੰਦ ਰਹਿਣਗੇ? ਦੇਖੋ, ਜਿਹੜੇ ਗੈਰ ਜ਼ਰੂਰੀ ਆਪਰੇਸ਼ਨ ਨੇ, ਨਾਨ ਐਮਰਜੈਂਸੀ ਸਰਜਰੀਜ਼ ਨੇ, ਉਹ ਬੰਦ ਰਹਿਣਗੀਆਂ ਤੇ ਨਾਨ ਐਮਰਜੈਂਸੀ ਸਰਵਿਸਿਜ਼ ਜਿਨ੍ਹਾਂ ਨੂੰ ਅਸੀਂ ਓਪੀਡੀ ਸਰਵਿਸਿਜ਼ ਕਹਿੰਦੇ ਆ ਉਹ ਵੀ ਬੰਦ ਰਹਿਣਗੀਆਂ। ਅੱਛਾ ਡਾਕਟਰ ਸਾਹਿਬ, ਤੇ ਕੋਲ ਤੁਸੀਂ ਕੱਲ ਕੁਝ ਐਜੀਟੇਸ਼ਨ ਆਪਣੀ ਜਿਹੜੀ ਰੋਸ਼ ਦੇ ਪ੍ਰਤੀ ਜਿਹੜਾ ਇਹਦਾ ਪ੍ਰਗਟਾਵਾ ਕਰਨ ਵਾਸਤੇ ਕੋਈ ਪ੍ਰੋਗਰਾਮ ਉਲੀਕਿਆ, ਜਾਂ ਤੁਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਇਹਦੇ ਲਈ ਅਵੇਅਰ ਕਰਾਓਗੇ ਤਾਂ ਕਿ ਅੱਗੇ ਤੱਕ ਗੱਲ ਪਹੁੰਚੇ ਸਰਕਾਰ ਤੱਕ? ਦੇਖੋ, ਕੋਵਿਡ ਦੇ ਦਿਨ ਹੈ, ਗੈਦਰਿੰਗ ਅਲਾਉਡ ਨਹੀਂ ਹੈ, ਸੋ ਇਸ ਤਰ੍ਹਾਂ ਦਾ ਕੋਈ ਵੀ ਰੋਸ਼ ਪ੍ਰਦਰਸ਼ਨ ਕੱਲ ਪਲਾਨਡ ਨਹੀਂ ਹੈ। ਸਿਰਫ ਇੱਕ ਸੰਕੇਤਕ ਸਾਡੀ ਚੇਤਾਵਨੀ ਹੋਏਗੀ ਸਰਕਾਰ ਨੂੰ ਕਿ ਇਹ ਗਲਤ ਕੰਮ ਨਾ ਹੋਵੇ, ਮਿਕਸੋਪੈਥੀ ਨਾ ਹੋਵੇ, ਦੋਵਾਂ ਸਟਰੀਮਸ ਨੂੰ ਆਪੋ ਆਪਣੇ ਕੰਮ ਕਰਨ ਦਿੱਤੇ ਜਾਣ, ਜਿਸ ਤਰ੍ਹਾਂ ਪਹਿਲੇ ਕਰ ਰਹੇ ਸੀਗੇ, ਜਿਸ ਤਰ੍ਹਾਂ ਕਿ ਪਹਿਲੇ ਚੱਲਿਆ ਆ ਰਿਹਾ ਬੇਸਿਕਲੀ। ਤੁਹਾਨੂੰ ਕੀ ਲੱਗਦਾ ਵੀ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਹੜਾ ਇਸ ਤਰ੍ਹਾਂ ਇਹ ਕਾਨੂੰਨ ਜਿਹੜਾ ਥੋਪਿਆ ਜਾ ਰਿਹਾ ਹੈ? ਜਿਹੜੇ ਬੱਚੇ, ਕਿਉਂਕਿ ਐਮਬੀਬੀਐਸ ਕਰਨਾ ਆਸਾਨ ਨਹੀਂ ਹੈ, ਅਸੀਂ ਵੀ ਦੇਖਦੇ ਹਾਂ ਬੱਚੇ ਬਹੁਤ ਰਾਤ ਜਾਗ ਕੇ ਪੜ੍ਹਦੇ हैं, ਤੇ ਇਹਨਾਂ ਤੇ ਆਉਣ ਵਾਲੇ ਟਾਈਮ 'ਚ ਇਹਦਾ ਕੀ ਅਸਰ ਪਏਗਾ? ਦੇਖੋ, ਆਉਣ ਵਾਲੇ ਟਾਈਮ 'ਚ ਇਹ ਅਸਰ ਇਹ ਹੋ ਸਕਦਾ ਹੈ ਕਿ ਐਲੋਪੈਥੀ ਆਪਣੀ ਥਾਂ ਤੇ ਚੱਲ ਰਹੀ ਹੈ ਜੀ, ਉਹ ਇੱਕ ਡਿਫਰੈਂਟ ਤਰ੍ਹਾਂ ਦੀ ਸਾਇੰਸ ਹੈ ਜਿਹੜੀ ਆਪਣੇ ਤਰੀਕੇ ਨਾਲ ਚੱਲੀ ਜਾ ਰਹੀ ਹੈ। ਆਯੂਸ਼ ਜਿਹੜੀ ਹੈ ਇਹ ਸਾਡੀ ਪੁਰਾਤਨ ਸਾਇੰਸ ਹੈ ਜਿਹੜੀ ਕਿ ਬੜੀ ਦੇਰ ਤੋਂ ਡੋਰਮੈਂਟ ਪਈ ਹੋਈ ਹੈ ਜੀ, ਜਿਹਦੇ 'ਚ ਇੰਪਰੂਵਮੈਂਟ ਨਹੀਂ। ਹਾਂ, ਇਹਦੇ 'ਚ ਇਹਦੇ ਆਪਣੇ ਐਡਵਾਂਟੇजेस ਨੇ, ਆਪਣੇ ਐਜਸ ਨੇ। ਇਹ ਦੋ ਪੈਰਲਲ ਵਰਟੀਕਲਸ ਨੇ। ਆਈ ਥਿੰਕ ਦੋਨਾਂ ਪੈਰਲਲ ਵਰਟੀਕਲਸ ਨੂੰ ਜੇ ਅਸੀਂ ਰਲਾ ਦੇਵਾਂਗੇ ਤੇ ਅਸੀਂ ਕਿਤੇ ਵੀ ਨਹੀਂ ਪਹੁੰਚਾਂਗੇ। ਸੋ ਜੇ ਅਸੀਂ ਇੰਪਰੂਵ ਕਰਨਾ ਤਾਂ ਅਸੀਂ ਦੋਨੋਂ ਪੈਰਲਲ ਵਰਟੀਕਲਸ ਨੂੰ ਪੈਰਲਲ ਤਰੀਕੇ ਨਾਲ ਚੱਲਣ ਰਹੀਏ। ਆਯੂਸ਼ ਕਾਲਜਸ ਆਪਣੀ ਥਾਂ ਤੇ ਚੱਲਣ, ਮੈਡੀਕਲ ਕਾਲਜਸ ਫॉर ਐਲੋਪੈਥੀ ਆਪਣੀ ਥਾਂ ਤੇ ਚੱਲਣ, ਮਾਸਟਰਸ ਡਿਗਰੀ ਦੋਵਾਂ 'ਚ ਆਪੋ ਆਪਣੀ ਹੋਵੇ ਤੇ ਦੋਵੇਂ ਆਪੋ ਆਪਣੇ ਕੰਮ ਕਰਨ। ਜੇ ਇਹਨਾਂ ਨੇ ਉਹਨਾਂ ਨੂੰ ਸਰਜਰੀ ਅਲਾਓ ਵੀ ਕਰਨੀ ਹੈ ਤਾਂ ਆਯੂਸ਼ ਵਾਲਿਆਂ ਦੇ ਸੈਪਰੇਟ ਹਸਪੀਟਲ ਹੋਣ। ਜਿਨ੍ਹਾਂ ਨੇ ਕੋਈ ਆਯੂਸ਼ ਦੀ ਸਰਜਰੀ ਨੂੰ ਪ੍ਰੈਫਰ ਕਰਦੇ, ਬਿਕੋਜ਼ ਸਰਜਰੀ ਇਜ਼ ਬੇਸਿਕਲੀ ਐਟ ਪ੍ਰੈਜ਼ੈਂਟ ਇਟ ਇਜ਼ ਆਲ ਐਲੋਪੈਥੀ ਡੋਮੇਨ। ਸੋ ਜੇ ਕੋਈ ਆਯੂਸ਼ ਦੇ ਤਰੀਕੇ ਨਾਲ, ਜਿਵੇਂ ਕਿ ਸਾਡੇ ਪੁਰਾਣੇ ਰਿਸ਼ੀ ਮੁਨੀ ਕਰਦੇ ਸੀਗੇ, ਜੇ ਉਸ ਤਰ੍ਹਾਂ ਤਾਂ ਲੈਟ ਇਟ ਬੀ ਡਨ ਇਨ ਆਯੂਸ਼ ਹਸਪੀਟਲਸ, ਨਾਟ ਇਨ ਐਟ ਲੀਸਟ ਆਰ ਹਸਪੀਟਲਸ। ਐਂਡ ਵਾਈ ਦੈਨ ਓਨਲੀ 58 ਟਾਈਪਸ ਆਫ ਸਰਜਰੀਜ਼? ਸੋ whatever is easy will go to Ayush, okay, and whatever tough and with complicated results will come to allopathy. I think that is not genuine. ਸਾਡੀ ਟ੍ਰੇਨਿੰਗ ਜਿਹੜੇ ਕੰਮ 'ਚ ਹੋਈ ਹੈ ਸਾਨੂੰ ਉਹ ਕਰਨ ਦਿੱਤੀ ਜਾਵੇ, ਆਯੂਸ਼ ਵਾਲਿਆਂ ਦੀ ਟ੍ਰੇਨਿੰਗ ਜਿਹੜੇ ਕੰਮਾਂ 'ਚ ਹੋ ਰਹੀ ਹੈ ਆਯੂਸ਼ ਵਾਲਿਆਂ ਨੂੰ ਕਰਨ ਦਿੱਤੀ ਜਾਵੇ। ਅੱਛਾ ਡਾਕਟਰ ਸਾਹਿਬ, ਪਹਿਲੇ ਵੀ ਸਰਕਾਰ ਨੇ ਇੱਕ ਡਾਕਟਰਾਂ ਦੇ ਵਾਸਤੇ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ ਸੀਗੀ, ਜਿਹੜਾ ਕਿ ਉਹ ਬਿੱਲ ਸੀਗਾ ਜਿਹਦਾ ਕਾਫੀ ਵਿਰੋਧ ਹੋਇਆ ਸੀ, ਡਾਕਟਰਾਂ ਨੇ ਸਟ੍ਰਾਈਕ ਵੀ ਕੀਤੀ, ਜਿਹਨੂੰ ਫਿਰ ਬਾਅਦ 'ਚੋਂ ਰੋਕ ਦਿੱਤਾ ਗਿਆ, ਫਿਲਹਾਲ ਰੁਕਿਆ ਪਿਆ ਉਹ। ਤੇ ਡਾਕਟਰ ਸਾਹਿਬ, ਜੇ ਇਹ ਕਾਨੂੰਨ ਜਿਹੜਾ ਹੁਣ ਸੈਂਟਰ ਗਵਰਨਮੈਂਟ ਲਿਆਈ ਹੈ, ਜੇ ਮੰਨ ਲਓ ਇਹਨੂੰ ਵਾਪਸ ਨਹੀਂ ਲੈਂਦੀ ਤੇ ਫਿਰ ਤੁਹਾਡੀ ਐਜੀਟੇਸ਼ਨ ਕਿੱਥੇ ਤੱਕ ਜਾਏਗੀ? ਦੇਖੋ, ਇਹ ਡਿਸੀਜਨ ਲੈਣ ਵਾਲੇ ਮੇਰੇ ਕੋਲ ਤਾਂ ਕੋਈ ਅਧਿਕਾਰ ਨਹੀਂ ਹੈ। ਇਹ ਬਹੁਤ ਵੱਡੀ ਐਸੋਸੀਏਸ਼ਨ ਹੈ ਜਿਹੜੀ ਕਿ ਨੈਸ਼ਨਲ ਲੈਵਲ ਤੇ ਆ, IMA ਹੈ, ਤੇ ਇਹਨੂੰ ਸਾਡੀਆਂ ਬਾਕੀ ਵੀ ਐਲੋਪੈਥਿਕ ਸੁਵਿਧਾਵਾਂ ਵਾਲੀਆਂ ਜਿੰਨੀਆਂ ਐਸੋਸੀਏਸ਼ਨ ਹੈ ਤੇ ਸਾਡੇ ਨਾਲ ਜਿੰਨੇ ਵੀ ਹੋਰ ਪੈਰਾਮੈਡਿਕ ਜਾਂ ਅਦਰ ਐਸੋਸੀਏਸ਼ਨਸ ਵੀ ਆ ਉਹ ਵੀ ਐਸੋਸੀਏਟਡ ਨੇ। ਸੋ ਇਹ ਤਾਂ ਨੈਸ਼ਨਲ ਲੈਵਲ ਤੇ ਡਿਸੀਜਨ ਹੋਣਗੇ ਕਿ ਹਾਊ ਵੀ ਆਰ ਗੋਇੰਗ ਟੂ ਫਾਈਟ ਫॉर ਆਰ ਕਾਜ਼, ਔਰ ਨਾਟ ਓਨਲੀ ਆਰ ਕਾਜ਼, ਇਟ ਇਜ਼ ਬਿਕਮਸ ਅ ਸੋਸ਼ਲ ਕਾਜ਼। ਆਫਟਰ ਆਲ ਅਸੀਂ ਲੋਕਾਂ ਦੀ ਸਿਹਤਾਂ ਦੇ ਨਾਲ ਖਿਲਵਾੜ ਤਾਂ ਨਹੀਂ ਨਾ ਕਰ ਸਕਦੇ। ਅੱਛਾ ਡਾਕਟਰ ਸਾਹਿਬ, ਵੈਸੇ ਇੱਕ ਸਰਜਰੀ ਦੀ ਸਪੈਸ਼ਲਾਈਜੇਸ਼ਨ ਹੈ, ਪਹਿਲੇ ਬੰਦਾ MBBS ਕਰਦਾ ਬੱਚਾ, ਫਿਰ ਉਹਨੂੰ ਸਪੈਸ਼ਲਾਈਜੇਸ਼ਨ ਕਰਨੀ ਪੈਣੀ। ਅੱਜ ਕੱਲ੍ਹ ਤਾਂ ਸੁਪਰ ਸਪੈਸ਼ਲਾਈਜੇਸ਼ਨ ਦਾ ਜ਼ਮਾਨਾ ਆ ਗਿਆ। ਤੁਹਾਨੂੰ ਨਹੀਂ ਲੱਗਦਾ ਵੀ ਜੇ ਇਸ ਤਰ੍ਹਾਂ ਜਿਹੜੇ ਬੱਚੇ ਇੱਧਰ ਜਾ ਰਹੇ ਨੇ ਜਾਂ ਸੁਪਰ ਸਪੈਸ਼ਲਿਟੀ ਕਰਕੇ ਕਾਫੀ ਜ਼ਿਆਦਾ ਸੇਵਾਵਾਂ ਦੇ ਰਹੇ ਨੇ, ਜੇ ਇਹ ਮਿਕਸ ਐਂਡ ਮੈਚ ਹੁੰਦਾ ਤੇ ਉਹਨਾਂ ਦੇ ਉੱਤੇ ਵੀ ਉਹਦਾ ਪ੍ਰਭਾਵ ਪਏਗਾ? ਦੇਖੋ, ਪ੍ਰਭਾਵ ਅਲਟੀਮੇਟਲੀ ਕਿਹਦੇ ਤੇ ਪੈਣਾ? ਇੱਕ ਕਾਮਨ ਇਨਸਾਨ ਤੇ। ਸ਼ਾਇਦ ਡਾਕਟਰਾਂ ਤੇ ਜਾਂ ਸਪੈਸ਼ਲਿਸਟ ਜਾਂ ਸੁਪਰ ਸਪੈਸ਼ਲਿਸਟ ਜਾਂ ਗ੍ਰੈਜੂਏਟਸ ਤੇ ਕੋਈ ਅਸਰ ਪਊਗਾ ਜਾਂ ਨਹੀਂ ਪਊਗਾ, ਇਹ ਤਾਂ ਟਾਈਮ ਦੀ ਗੱਲ ਹੈ। ਬੇਸਿਕਲੀ ਸਾਡੇ ਕਾਮਨ ਮੈਨ ਦੀ ਸਿਹਤ ਤੇ ਇਹਦਾ ਅਸਰ ਜ਼ਰੂਰ ਪਊਗਾ। ਤੇ ਕੱਲ ਤੁਸੀਂ ਸਿੰਬੋਲਿਕ ਜਿਵੇਂ ਪੂਰੀ ਹੜਤਾਲ ਕਰ ਰਹੇ ਹੋ, ਤੇ ਤੁਸੀਂ ਕੁਛ ਨਾ ਕੁਛ ਆਪਣੇ ਕੁਛ, ਜਿਵੇਂ ਕੋਵਿਡ ਕਰਕੇ ਠੀਕ ਹੈ ਤੁਸੀਂ ਨਹੀਂ ਕਿਤੇ ਪ੍ਰਦਰਸ਼ਨ ਕਰ ਰਹੇ, ਬਟ ਕੁਛ ਤੁਹਾਡੇ ਐਸੋਸੀਏਸ਼ਨ ਦੇ ਕੁਛ ਸਦੱਸਿਆ DC ਸਾਹਿਬ ਨੂੰ ਕਿਤੇ ਮੈਮੋਰੰਡਮ ਦੇਣ ਜਾਣਗੇ? ਆਈ ਥਿੰਕ ਉਹ ਮੇਰੇ ਨਾਲੋਂ ਬਿਹਤਰ ਤੁਹਾਨੂੰ ਜਿਹੜੇ ਪ੍ਰੈਜ਼ੈਂਟ ਸਾਡੇ ਪ੍ਰਧਾਨ ਨੇ IMA ਦੇ ਉਹ ਦੱਸ ਸਕਦੇ ਨੇ। ਹਾਲੇ ਤੱਕ ਸਾਨੂੰ ਇਹੋ ਜਿਹਾ ਕੋਈ ਵੀ
ਫਰਮਾਨ ਨਹੀਂ ਮਿਲਿਆ ਆਈਐਮਏ ਵੱਲੋਂ। ਤੇ ਡਾਕਟਰ ਸਾਹਿਬ ਪਿਛਲੀ ਵਾਰੀ ਤੁਹਾਨੂੰ ਪੀਸੀਐਮਐਸ ਐਸੋਸੀਏਸ਼ਨ ਨੇ ਆਪਣਾ ਸਮਰਥਨ ਦਿੱਤਾ ਸੀਗਾ ਜਦੋਂ ਪੰਜਾਬ ਬਿੱਲ ਲਿਆਂਦਾ ਗਿਆ ਸੀਗਾ ਇੱਕ, ਤੇ ਕੀ ਇਹਦੇ ਤੇ ਪੰਜਾਬ ਜਿਹੜੇ ਤੁਹਾਡੇ ਪੀਸੀਐਮਐਸ ਵਾਲੇ ਡਾਕਟਰ ਨੇ ਇਹਦੇ ਤੇ ਸਮਰਥਨ ਦੇ ਰਹੇ ਆ ਤੁਹਾਨੂੰ ਇਸ ਕੱਲ੍ਹ ਵਾਲੀ ਸਟ੍ਰਾਈਕ ਤੇ? ਦੇਖੋ ਜਿਹੜੀ ਐਲੋਪੈਥੀ ਹੈ, ਜਿੰਨੇ ਵੀ ਐਲੋਪੈਥੀ ਡਾਕਟਰ ਨੇ, ਭਾਵੇਂ ਉਹ ਪ੍ਰਾਈਵੇਟ ਪ੍ਰੈਕਟਿਸ 'ਚ ਨੇ, ਭਾਵੇਂ ਉਹ ਪੀਸੀਐਮਐਸ 'ਚ ਨੇ, ਭਾਵੇਂ ਉਹ ਜੂਨੀਅਰ ਡਾਕਟਰਸ ਨੇ, ਉਹ ਕਿਸੇ ਵੀ ਤਰ੍ਹਾਂ ਦੀ ਐਸੋਸੀਏਸ਼ਨ ਹੈ, ਭਾਵੇਂ ਉਹ ਐਸੋਸੀਏਸ਼ਨ ਆਫ ਹੈਲਥ ਕੇਅਰ ਪ੍ਰੋਵਾਈਡਰਸ ਆਫ ਇੰਡੀਆ ਨੇ, ਹੈ ਤੇ ਬੇਸਿਕਲੀ ਸਾਰੇ ਐਲੋਪੈਥੀ ਡਾਕਟਰ, ਤੇ ਉਹਨਾਂ ਚੋਂ ਬਹੁਤੇ 90 to 95% ਅਸੀਂ ਆਲਰੇਡੀ ਆਪਣੀ ਪੇਰੈਂਟ ਬੋਡੀ ਆਈਐਮਏ ਦੇ ਵੀ ਮੈਂਬਰ ਹਾਂ। ਸੋ ਇਹ ਆਟੋਮੈਟਿਕਲੀ ਸਾਨੂੰ ਸਮਰਥਨ ਲਈ ਸਾਡੇ ਨਾਲ ਹੀ ਹੁੰਦੇ ਨੇ ਹਰ ਵਾਰੀ। ਤੇ ਡਾਕਟਰ ਸਾਹਿਬ ਤੁਸੀਂ ਕੁਝ ਹੋਰ ਕਹਿਣਾ ਚਾਹੋ ਕੱਲ੍ਹ ਦੀ ਸਟ੍ਰਾਈਕ ਨੂੰ ਲੈ ਕੇ? ਮੇਰੀ ਤੇ ਸਰਕਾਰ ਨੂੰ ਹੱਥ ਜੋੜ ਕੇ ਇੱਕੋ ਬੇਨਤੀ ਹੈ ਕਿ ਆਯੂਸ਼ ਨੂੰ ਆਪਣੀ ਥਾਂ ਤੇ ਐਲੋਪੈਥੀ ਨੂੰ ਆਪਣੀ ਥਾਂ ਤੇ ਚੱਲਣ ਦਿਓ, ਤੇ ਦੋਨਾਂ ਵਰਟੀਕਲਸ ਨੂੰ ਬਰਾਬਰ ਦਾ ਵਜ਼ਨ ਫੁੱਲਣ ਦਾ ਟਾइम ਦਿਓ। ਧੰਨਵਾਦ। देखिए सरकार कितने कैसे कैसे कानून लेके आ रही है, किसानों के लिए एक कानून लाया जाता है, किसान विरोध कर रहे हैं, सड़कों पर बैठे हुए हैं, अब इनके लिए एक नया कानून इनके ऊपर थोप दिया गया है। सेंट्रल काउंसिल ऑफ इंडिया मेडिसिन जो मेडिसिन वाली है, उन्होंने आयुर्वेदिक को दे दी है, उनको सर्जरी और ईएनटी और डेंटल की इलाज की इजाज़त दे दी है, जिसका ये विरोध कर रहे हैं। इनका कहना है कि दोनों ही पद्धतियाँ जो अलग अलग हैं, आयुष अपने स्थान पर है और मेडिकल पद्धति अपने स्थान पर है, दोनों को मिक्स एंड मैच करेंगे तो आने वाले समय में लोगों को जो नुकसान होगा, कॉमन मैन को इसका नुकसान होगा। इसलिए सरकार को ऐसा नहीं करना चाहिए। अब देखते हैं कल जो इन्होंने स्ट्राइक करनी है उसका क्या असर पड़ता है, उसके बाद सरकार के कान पर जूं रेंगती है या नहीं, ये तो आने वाला समय ही बताएगा। अमृतसर से D4 न्यूज़ के लिए दीपक भंडारी की खास रिपोर्ट।